ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ। ਭਾਗ 8ਵਾਂ। ਦੂਜੇ ਕਾਂਡ ਦਾ ਭਾਗ 7ਵਾਂ। ਵਰਣਵੰਡ। ਭਾਗ 8ਵਾਂ। ਬ੍ਰਾਹਮਣ ਇੱਕ ਪਦਵੀ ਅਤੇ ਭਾਗ 9ਵਾਂ। ਤ੍ਰਿਸ਼ਨਾ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਣਵੰਡ। ਕੁਦਰਤ ਦਾ ਨਿਯਮ ਹੈ ਕਿ ਪ੍ਰਾਣੀਆਂ ਦੀ ਹਰ ਸ਼੍ਰੇਣੀ ਵਿੱਚ ਚੰਗੇ ਮੰਦੇ, ਸਿਆਣੇ ਮੂਰਖ, ਚਲਾਕ ਸਿੱਧੜ, ਝਗੜਾਲੂ ਸੁਲਾਹਕੁਲ, ਮਾਰਖੋਰ, ਬੀਬੇ ਰਾਣੇ ਆਦਿ ਵੱਖ-ਵੱਖ ਸੁਭਾਵਾਂ ਅਤੇ ਖਸਲਤਾਂ ਦੇ ਮਨੁੱਖ ਹੁੰਦੇ ਹਨ। ਚੰਗੇ ਗੁਣਾਂ ਕਾਰਨ ਅਤੇ ਅਵਗੁਣਾਂ ਦੇ ਕਾਰਨ ਪਸ਼ੂਆਂ ਦਾ ਮੁੱਲ ਵੀ ਵੱਧ ਅਤੇ ਘੱਟ ਪੈਂਦਾ ਹੈ। ਇਸੇ ਨਿਯਮ ਅਨੁਸਾਰ ਹੀ ਪੁਰਾਣਕ ਸਮੇਂ ਵੀ ਮਨੁੱਖ ਬਰਾਦਰੀ ਵਿੱਚ ਵੀ ਤੀਖਣ ਬੁੱਧੀ ਵਾਲੇ, ਚਤੁਰ, ਚਲਾਕ ਅਤੇ ਦੂਰ ਦ੍ਰਿਸ਼ਟ ਮਨੁੱਖਾਂ ਦਾ ਘਾਟਾ ਨਹੀਂ ਸੀ। ਇਹਨਾਂ ਸਿਆਣੇ ਮਨੁੱਖਾਂ ਨੇ ਸੁਸਾਇਟੀ ਦਾ ਕੰਮ ਵਧੀਆ ਅਤੇ ਸੌਖੇ ਢੰਗ ਨਾਲ ਚਲਾਉਣ ਵਾਸਤੇ ਜਨਤਾ ਦੇ 4 ਹਿੱਸੇ ਕਰ ਦਿੱਤੇ। ਇਹ ਉਹੀ ਮਨੁੱਖ ਸਨ ਜਿਨ੍ਹਾਂ ਨੇ ਲਿਖਣਾ ਪੜ੍ਹਨਾ ਸਿੱਖ ਲਿਆ ਹੋਇਆ ਸੀ। ਇਹਨਾਂ ਚਤੁਰ ਚਲਾਕ ਮਨੁੱਖਾਂ ਦੇ ਟੋਲੇ ਨੇ ਆਪਣੇ ਧੜੇ ਦਾ ਨਾਮ ਬ੍ਰਾਹਮਣ ਭਾਵ ਅਥਵਾ ਆਤਮਾ ਪਰਮਾਤਮਾ ਦੇ ਗਿਆਨ ਵਾਲਾ ਰੱਖ ਲਿਆ ਅਤੇ ਧਰਮ ਕਰਮ ਅਤੇ ਵਿਦਿਆ ਪੜ੍ਹਨ ਪੜ੍ਹਾਉਣ ਆਦਿ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ। ਦਲੇਰ ਅਤੇ ਪੰਗਿਆਂ ਵਿੱਚ ਪੈ ਸਕਣ ਵਾਲਿਆਂ ਦਾ ਧੜਾ ਚੁਣ ਕੇ ਉਹਨਾਂ ਦਾ ਨਾਮ ਛਤਰੀ ਰੱਖ ਦਿੱਤਾ ਅਤੇ ਉਹਨਾਂ ਨੂੰ ਪਿੰਡਾਂ ਦੀ ਅਥਵਾ ਨਗਰਾਂ ਦੀ ਸੁਰੱਖਿਆ ਦਾ ਅਤੇ ਅਮਨ ਅਮਾਨ ਬਣਾਈ ਰੱਖਣ ਦਾ ਕੰਮ ਸੌਂਪਿਆ ਗਿਆ। ਕਿਰਤੀ ਸੁਭਾਅ ਵਾਲੇ ਟੋਲੇ ਨੂੰ ਵੈਸ਼ ਨਾਮ ਦੇ ਕੇ ਉਹਨਾਂ ਦੇ ਜ਼ਿੰਮੇ ਖੇਤੀਬਾੜੀ ਦੁਆਰਾ ਅੰਨ ਦਾਣਾ ਪੈਦਾ ਕਰਨ ਦਾ ਅਤੇ ਦੌਲਤ ਕਮਾਉਣ ਦੇ ਕਿੱਤੇ ਜਿਵੇਂ ਵਣਜ, ਵਪਾਰ, ਦੁਕਾਨਦਾਰੀ, ਸੁਦਾਗਰੀ ਆਦਿ ਦਾ ਧੰਦਾ ਸੌਂਪ ਦਿੱਤਾ। ਸਿੱਧੜ ਅਤੇ ਸੀਲ ਸੁਭਾਅ ਬਹੁਤਾ ਕਰਕੇ ਆਦਿਵਾਸੀਆਂ ਦੇ ਕਾਲੇ ਰੰਗ ਵਾਲੇ ਮਨੁੱਖਾਂ ਦੇ ਭਾਗ ਨੂੰ ਬਾਕੀ ਤਿੰਨਾਂ ਵਰਗਾਂ ਦੀ ਨਿਸ਼ਕਾਮ ਸੇਵਾ ਕਰਨ ਦੀ ਜ਼ਿੰਮੇਵਾਰੀ ਲਾ ਕੇ ਇਹਨਾਂ ਨੂੰ ਸ਼ੂਦਰ ਘੋਸ਼ਿਤ ਕਰ ਦਿੱਤਾ। ਸੰਸਕ੍ਰਿਤ ਦੇ ਵਿਦਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤਰੀ ਦਾ, ਪੀਲਾ ਵੈਸ਼ ਦਾ ਅਤੇ ਕਾਲਾ ਰੰਗ ਸ਼ੂਦਰ ਦਾ ਲਿਖਿਆ ਹੈ। ਮਹਾਨ ਕੋਸ਼ ਸਫਾ ਨੰਬਰ 1084। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤਾ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਪੰਨਾ 469। ਨੰਬਰ 8। ਬ੍ਰਾਹਮਣ ਇੱਕ ਪਦਵੀ। ਕਿੱਤਿਆਂ ਦੀ ਵੰਡ ਨਾਲ ਉਪਜੇ ਸੁੱਖ ਨੂੰ ਸਾਰਿਆਂ ਸਲਾਹਿਆ। ਦੂਜਿਆਂ ਦੀ ਸੇਵਾ ਕਰਨ ਦੇ ਬਦਲੇ ਝੂਠੇ ਅੰਨ ਅਤੇ ਪਾਟੇ ਪੁਰਾਣੇ ਕੱਪੜੇ ਆਦਿ ਮਿਲ ਜਾਣ ਨਾਲ ਹੀ ਅਸੀਸਾਂ ਦੇਣ ਗਿੱਝ ਗਿਆ ਹੋਇਆ ਸ਼ੂਦਰ ਆਪਣੇ ਥਾਂ ਸੰਤੁਸ਼ਟ ਸੀ। ਇਸੇ ਤਰ੍ਹਾਂ ਵੈਸ਼ ਸ਼੍ਰੇਣੀ ਨੇ ਵੀ ਖੇਤੀਬਾੜੀ, ਦੁਕਾਨਦਾਰੀ ਆਦਿ ਤੋਂ ਮਿਲਦੀ ਮਾਇਆ ਦਾ ਆਨੰਦ ਮਾਣਿਆ ਤਾਂ ਦੌਲਤ ਕਮਾਉਣ ਦੀ ਲਗਨ ਨੇ ਉਸ ਨੂੰ ਆਪਣੇ ਕਿੱਤੇ ਦੀ ਤਰੱਕੀ ਕਰਨ ਵਿੱਚ ਰੁਝਾ ਦਿੱਤਾ। ਤੀਜਾ ਧੜਾ ਛਤਰੀ ਦਾ ਸੀ। ਇਹਨਾਂ ਵਿੱਚੋਂ ਯੋਗ ਵਿਅਕਤੀ ਬਸਤੀ ਅਥਵਾ ਇਲਾਕੇ ਦਾ ਮੁਖੀਆ ਬਣਦਾ ਸੀ। ਸਮਾਂ ਪਾ ਕੇ ਇਸੇ ਮੁਖੀਏ ਨੂੰ ਹੀ ਰਾਜਾ ਕਿਹਾ ਜਾਣ ਦੀ ਮਰਿਆਦਾ ਬਣ ਗਈ। ਛਤਰੀ ਨੂੰ ਹਕੂਮਤ ਦਾ ਸਵਾਦ ਪੈ ਗਿਆ ਅਤੇ ਆਪਣੇ ਅਧਿਕਾਰ ਖੇਤਰ ਨੂੰ ਵਧਾ ਸਕਣ ਦੀ ਤ੍ਰਿਸ਼ਨਾਗ੍ਰਸੀ ਸੋਚ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ। ਚੌਥੀ ਸ਼੍ਰੇਣੀ ਉਹਨਾਂ ਸਿਆਣੇ ਅਤੇ ਚਤੁਰ ਮਨੁੱਖਾਂ ਦੀ ਸੀ ਜਿਨ੍ਹਾਂ ਨੇ ਇਹ ਵਰਨ ਵੰਡ ਕੀਤੀ ਸੀ। ਉਸ ਸਮੇਂ ਦਾ ਆਮ ਮਨੁੱਖ ਅੱਖਰੀ ਵਿਦਿਆ ਨੂੰ ਬੜੀ ਅਚੰਭੇ ਵਾਲੀ ਕਰਾਮਾਤ ਮੰਨਦਾ ਸੀ। ਇਸ ਅਨੋਖੀ ਕਰਾਮਾਤ ਦਾ ਮਾਲਕ ਕੇਵਲ ਬ੍ਰਾਹਮਣ ਹੀ ਸੀ। ਵਿਦਿਆ ਨਾਲ ਉਪਜੇ ਗਿਆਨ ਦੇ ਹਥਿਆਰ ਨੂੰ ਵਰਤ ਕੇ ਬੜੀ ਦੂਰ ਦ੍ਰਿਸ਼ਟੀ ਅਤੇ ਸੋਚ ਵਿਚਾਰਨ ਆਪਣਾ ਨਾਮ ਬ੍ਰਾਹਮਣ ਬ੍ਰਹਮਾ ਦੇ ਮੁਖ ਚੋਂ ਪੈਦਾ ਹੋਣ ਕਰਕੇ ਧੁਰੋਂ ਥਾਪਿਆ ਜਨਤਾ ਦਾ ਮੁਖੀ ਰੱਖਿਆ ਸੀ। ਆਪ ਚੁਣੇ ਆਪਣੇ ਨਾਮ ਦੇ ਆਧਾਰ ਤੇ ਹੀ ਧਰਮ ਕਾਰਜਾਂ ਦਾ ਸੰਚਾਲਕ ਅਤੇ ਪੂਜਨੀਕ ਦੇਵਤਾ ਬਣ ਬੈਠਾ ਸੀ। ਧਰਮ ਕਰਮਾਂ ਤੋਂ ਛੁੱਟ ਦੁਨੀਆਦਾਰੀ ਦੇ ਮਸਲੇ ਵਿੱਚ ਵੀ ਲੋਕਾਂ ਦਾ ਸਲਾਹਕਾਰ ਬ੍ਰਾਹਮਣ ਹੀ ਸੀ। ਹਰ ਕੋਈ ਬੜੇ ਆਦਰ ਨਾਲ ਇਸ ਦੀ ਸੇਵਾ ਕਰਦਾ ਅਤੇ ਜਥਾ ਸ਼ਕਤ ਭੇਟਾ ਵੀ ਕਰਦਾ। ਇੰਜ ਬਿਨਾਂ ਖੇਚਲ ਦੇ ਇਸ ਵਿਹਲੜ ਦਾ ਗੁਜ਼ਾਰਾ ਵੀ ਸੋਹਣਾ ਚੱਲ ਤੁਰਿਆ ਸੀ। ਥੋੜੇ ਸਮੇਂ ਪਿੱਛੋਂ ਹੀ ਇਸ ਨੂੰ ਇਹ ਸਭ ਕੁਝ ਤੁੱਛ ਲੱਗਣ ਲੱਗ ਪਿਆ।
ਇਸ ਗਿਆਨੀ ਨੂੰ ਆਪਣੇ ਮੁਕਾਬਲੇ ਤੇ ਵਿਦਿਆਹੀਣ ਵੈਸ਼ ਅਤੇ ਨਿਰੇ ਬਾਹੂਬਲ ਦੇ ਆਸਰੇ ਰਾਜ ਕਰਦੇ ਛਤਰੀ ਦੀ ਸੰਪਤੀ ਅਥਵਾ ਪ੍ਰਭੁਤਾ ਵੱਧ ਦਿਸੀ ਅਤੇ ਕੰਡਾ ਬਣ ਕੇ ਰੜਕਣ ਲੱਗ ਪਈ। ਰਾਜੇ ਵਾਂਗ ਇਹ ਵੀ ਤ੍ਰਿਸ਼ਨਾ ਗ੍ਰਸੀ ਈਰਖਾ ਦੀ ਅੱਗ ਵਿੱਚ ਝੁਲਸਣ ਲੱਗ ਪਿਆ। ਤ੍ਰਿਸ਼ਨਾ ਰੋਗ ਦਾ ਰੋਗੀ ਕਿੱਥੋਂ ਤੱਕ ਗਿਰ ਸਕਦਾ ਹੈ ਅਥਵਾ ਉਸ ਦੇ ਅੰਦਰ ਦੀ ਹਾਲਤ ਕੀ ਹੋ ਜਾਂਦੀ ਹੈ। ਬ੍ਰਾਹਮਣ ਦੀ ਗਾਥਾ ਅੱਗੇ ਤੋਰਨ ਤੋਂ ਪਹਿਲਾਂ ਤ੍ਰਿਸ਼ਨਾ ਰੋਗ ਦੀ ਅਸਲੀਅਤ ਗੁਰਬਾਣੀ ਦੁਆਰਾ ਸਮਝ ਲਈਏ। ਭਾਗ 9ਵਾਂ ਤ੍ਰਿਸ਼ਨਾ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ ਰਹਾ, ਕੋਟ ਜੋਰੇ ਲਾਖ ਕਰੋਰੇ ਮਨ ਨ ਹੋਰੇ, ਪਰੇ ਪਰੇ ਹੀ ਕੋ ਲੂਝੀ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬੇਕਾਰੀ, ਬੁਰਾ ਭਲਾ ਨਹੀਂ ਸੂਝੀ ਹੈ। ਅਨਕ ਬੰਧਨ ਮਾਇਆ, ਭਰਮਤ ਪਰਮਾਇਆ, ਗੁਣ ਨਿਧ ਨਹੀਂ ਗਾਇਆ, ਮਨ ਵਿਖੇ ਹੀ ਮੈਂ ਲੂਝੀ ਹੈ। ਪੰਨਾ 213। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨ ਬੂਝੀ, ਲਵਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜਿਉ ਪਾਵਕ ਈਂਦਾ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ ਰਹਾ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕੀ ਮਿਟੈ ਨ ਭੂਖਾ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨ ਚੂਕੈ, ਦਿਨ ਪ੍ਰਤ ਕਰੈ ਕਰੇ ਪਛਤਾਪੈ, ਸੋਗ ਲੋਭ ਮਹਿ ਸੂਕੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਪੰਨਾ 672। ਅਰਥ ਆਪਣੇ ਲਾਲਚ ਦੀ ਅਥਵਾ ਆਪਣੀ ਤ੍ਰਿਸ਼ਨਾ ਦੀ ਪੂਰਤੀ ਲਈ ਵੱਡੇ ਵੱਡੇ ਰਾਜਿਆਂ ਅਥਵਾ ਧਰਤੀ ਦੇ ਮਾਲਕਾਂ ਨੂੰ ਵੀ ਆਪਣੀ ਮਾਲਕੀ ਦੀਆਂ ਹੱਦਾਂ ਹੋਰ ਤੋਂ ਹੋਰ ਵਧਾ ਲੈਣ ਜਾਂ ਮਾਇਆ ਦੇ ਢੇਰ ਉੱਚੇ ਤੋਂ ਉੱਚੇ ਕਰੀ ਜਾਣ ਦੀ ਲਾਲਸਾ ਲੱਗੀ ਰਹਿੰਦੀ ਹੈ। ਕਾਮ ਵਾਸ਼ਨਾ ਦੇ ਮਾਰੇ ਆਪਣੀ ਇਸਤਰੀ ਨੂੰ ਭੁੱਲ ਕੇ ਪਰਾਈਆਂ ਦੇ ਮਗਰ ਨਿੱਤ ਭਜਦੇ ਖੁਆਰ ਅਤੇ ਦੁਖੀ ਹੁੰਦੇ ਹਨ, ਪਰ ਸਬਰ ਨਹੀਂ ਆਉਂਦਾ, ਸਗੋਂ ਹਵਸ ਹੋਰ ਵੱਧਦੀ ਹੈ। ਅਜਿਹੀ ਭਟਕਣਾ ਵਾਲੀ ਖੱਜਲ ਖੁਆਰੀ ਇਸ ਤਰ੍ਹਾਂ ਹੈ ਕਿ ਜਿਵੇਂ ਅੱਗ ਬੁਝਾਉਣ ਵਾਸਤੇ ਉਸ ਵਿੱਚ ਹੋਰ ਬਾਲਣ ਪਾਉਣਾ ਹੋਵੇ। ਬਾਲਣ ਪਾਉਣ ਦੇ ਨਾਲ ਜਿਵੇਂ ਅੱਗ ਬੁਝਣ ਦੀ ਬਜਾਏ ਸਗੋਂ ਭੜਕਦੀ ਹੈ, ਉਸੇ ਪ੍ਰਕਾਰ ਮਾਇਆ ਅਥਵਾ ਕਾਮ ਦੀ ਤ੍ਰਿਸ਼ਨਾ ਭੜਕਦੀ ਹੈ। ਅਜਿਹੀ ਮੰਦ ਭਟਕਣਾ ਵਿੱਚ ਪਏ ਮਨੁੱਖ ਨੂੰ ਦਰ ਦਰ ਭਟਕਦੇ ਕੁੱਤੇ ਵਰਗਾ ਕਿਹਾ ਹੈ। ਗੁਰੂ ਦੀ ਸਿੱਖਿਆ ਲੈ ਕੇ ਉਸ ਤੇ ਚੱਲਣਾ ਹੀ ਕਲਿਆਣਕਾਰੀ ਹੈ। ਬਹੁ ਰੰਗ ਮਾਇਆ ਬਹੁ ਬਿਦ ਪੇਖੀ, ਕਲਮ ਕਾਗਦ ਸਿਆਣ ਭਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ, ਤਾਤੇ ਨਾਹੀ ਮਨ ਤ੍ਰਿਪਤਾਨ, ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੁਝੈ ਮਨ ਤ੍ਰਿਪਤਾਵੋ ਰਹਾ। ਅਸ ਪਵਨ ਹਸਤ ਅਸਵਾਰੀ, ਚੋਆ ਚੰਦਨ ਸੇਜ ਸੁੰਦਰ ਨਾਰੀ, ਨਟ ਨਾਟਕ ਆਖਾਰੇ ਗਾਇਆ, ਤਾਂ ਮੈਂ ਮਨ ਸੰਤੋਖ ਨਾ ਪਾਇਆ। ਤਖਤ ਸਭਾ ਮੰਡਨ ਦੋ ਲੀਚੇ, ਸਗਲ ਮੇਵੇ ਸੁੰਦਰ ਬਾਗੀਚੇ, ਆਖੇੜ ਬਿਰਤ ਰਾਜਨ ਕੀ ਲੀਲਾ, ਮਨ ਨਾ ਸੁਹੇਲਾ ਪਰ ਪੰਚ ਹੀਲਾ। ਪੰਨਾ 179। ਅਰਥ ਰਹਾਉ ਵਾਲੀ ਤੁਕ ਵਿੱਚ ਗੁਰਦੇਵ ਜੀ ਨੇ ਸਾਨੂੰ ਉਪਦੇਸ਼ ਦੇਣ ਦੇ ਨਿਰਾਲੇ ਅਤੇ ਮਿੱਠੇ ਤਰੀਕੇ ਨੂੰ ਵਰਤਦਿਆਂ ਗੁਰਮੁਖਾਂ ਨੂੰ ਕਿਹਾ ਹੈ ਕਿ ਹੇ ਸੰਤ ਜਨੋ, ਮੈਨੂੰ ਇਹ ਆਤਮਿਕ ਆਨੰਦ ਦੱਸੋ ਜਿਸ ਨਾਲ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਏ। ਹੇ ਗੁਰਮੁਖ ਪਿਆਰਿਓ, ਮੇਰੇ ਮਨ ਨੂੰ ਸੰਤੋਖੀ ਬਣਾ ਦਿਓ ਰਹਾ। ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਹਦੀ ਵੇਖੀ ਹੈ। ਕਾਗਜ਼ ਕਲਮ ਲੈ ਕੇ ਕਈਆਂ ਨੇ ਅਨੇਕ ਵਿਦਿਆ ਵਾਲੇ ਲੇਖ ਲਿਖੇ ਹਨ। ਮਾਇਆ ਉਸ ਨੂੰ ਵਿਦਵਤਾ ਦੇ ਰੂਪ ਵਿੱਚ ਮੋਹ ਰਹੀ ਹੈ। ਉਹ ਵਿਦਵਤਾ ਦਾ ਅਹੰਕਾਰ ਕਰਕੇ ਕੁਰਾਹੇ ਪੈ ਰਹੇ ਹਨ। ਕਈਆਂ ਨੇ ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ, ਪਰ ਕਿਸੇ ਦਾ ਮਨ ਤ੍ਰਿਪਤ ਨਹੀਂ ਹੋਇਆ। ਹਾਥੀਆਂ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ ਕਰ ਵੇਖੀ ਹੈ, ਅਤਰ ਤੇ ਚੰਦਨ ਵਰਤ ਵੇਖਿਆ ਹੈ, ਸੁੰਦਰ ਇਸਤਰੀ ਦੀ ਸੇਜ ਮਾਣ ਵੇਖੀ, ਰੰਗ ਭੂਮੀ ਵਿੱਚ ਨਟਾਂ ਦੇ ਨਾਟਕ ਵੇਖੇ ਤੇ ਉਹਨਾਂ ਦੇ ਗੀਤ ਵੀ ਸੁਣੇ ਹਨ। ਕਿਸੇ ਥਾਂ ਵੀ ਸ਼ਾਂਤੀ ਨਹੀਂ ਆਈ, ਸਗੋਂ ਹਰ ਪਾਸੇ ਤ੍ਰਿਸ਼ਨਾ ਵੱਧਦੀ ਹੀ ਗਈ। ਰਾਜ ਦਰਬਾਰ ਦੀਆਂ ਸਜਾਵਟਾਂ, ਤਖਤ ਉੱਤੇ ਬੈਠਣਾ, ਦੁਲੀਚੇ, ਸਭ ਕਿਸਮਾਂ ਦੇ ਫਲ
ਸੁੰਦਰ ਫੁਲਵਾੜੀਆਂ, ਸ਼ਿਕਾਰ ਖੇਡਣ ਦਾ ਸ਼ੌਂਕ, ਰਾਜਿਆਂ ਵਾਲੀਆਂ ਹੋਰ ਕਈ ਖੇਡਾਂ, ਇਹਨਾਂ ਸਭਨਾਂ ਵਿੱਚ ਮਨ ਸੁਖੀ ਨਹੀਂ ਹੋਇਆ। ਸਹਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ, ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਪੰਨਾ 279। ਨੇਜੇ ਵਾਜੇ ਤਖਤ ਸਲਾਮ, ਅਦ ਕੀ ਤ੍ਰਿਸ਼ਨਾ ਵਿਆਪੈ ਕਾਮ। ਬਿਨ ਹਰ ਜਾਚੇ ਭਗਤ ਨ ਨਾਮ। ਪੰਨਾ 226। ਗੁਰਦੇਵ ਜੀ ਦੇ ਇਹਨਾਂ ਪਾਵਨ ਸ਼ਬਦਾਂ ਤੋਂ ਸੂਝ ਮਿਲਦੀ ਹੈ ਕਿ ਮਾਇਆ ਇਕੱਠੀ ਕਰਨ ਦੀ ਲਾਲਸਾ ਵਾਲਾ ਮਨੁੱਖ ਜੇ ਹਜ਼ਾਰਾਂ ਰੁਪਏ ਜੋੜ ਲਵੇ ਤਾਂ ਲੱਖਾਂ ਹੋਰ ਜੋੜ ਲੈਣੇ ਚਾਹੁੰਦਾ ਹੈ, ਅਤੇ ਭਾਵੇਂ ਮਾਇਆ ਦੇ ਢੇਰਾਂ ਦੇ ਢੇਰ ਇਕੱਠੇ ਹੋ ਜਾਣ ਦੇ ਨਾਲ ਕਿੱਡਾ ਵਿਸ਼ਾਲ ਰਾਜ, ਵਧੀਆ ਹਾਥੀ, ਵਧੀਆ ਘੋੜੇ, ਬੇਅੰਤ ਫੌਜ ਆਦਿ ਸਭ ਕੁਝ ਵੀ ਮਿਲ ਜਾਵੇ, ਤ੍ਰਿਸ਼ਨਾ ਦੀ ਅੱਗ ਸਗੋਂ ਹੋਰ ਤੋਂ ਹੋਰ ਭਟਕਦੀ ਹੈ। ਧਨ ਦੌਲਤ ਦੇ ਨਾਲ ਸਗੋਂ ਕਾਮ ਪੂਰਤੀ ਦੀ ਤ੍ਰਿਸ਼ਨਾ ਵੀ ਪ੍ਰਬਲ ਹੋ ਜਾਂਦੀ ਹੈ, ਅਤੇ ਤ੍ਰਿਸ਼ਨਾਲੂ ਮਨੁੱਖ ਇੰਨਾ ਗਿਰ ਜਾਂਦਾ ਹੈ ਕਿ ਪਰਾਈਆਂ ਇਸਤਰੀਆਂ ਨਾਲ ਮੰਦ ਕਰਮ ਕਰਨ ਤੋਂ ਨਹੀਂ ਟਲਦਾ, ਅਤੇ ਚੰਗੇ ਮੰਦੇ ਕਰਮ ਦੀ ਪਛਾਣ ਭੁਲਾ ਕੇ ਨੀਚ ਤੋਂ ਨੀਚ ਕਰਮ ਕਰਨ ਵਾਸਤੇ ਵੀ ਤਿਆਰ ਹੋ ਜਾਂਦਾ ਹੈ। ਬ੍ਰਾਹਮਣ ਦੇ ਅੰਦਰ ਵੀ ਇਸ ਪ੍ਰਕਾਰ ਦੀ ਹੀ ਤ੍ਰਿਸ਼ਨਾ ਭੜਕ ਰਹੀ ਸੀ, ਅਤੇ ਉਹ ਰਾਤ ਦਿਨ ਖਤਰਨਾਕ ਕਿਸਮ ਦੀਆਂ ਸਕੀਮਾਂ ਘੜ ਰਿਹਾ ਸੀ। ਖੱਤਰੀ ਅਥਵਾ ਛਤਰੀ ਵੀ ਮੁਖੀਏ ਤੋਂ ਰਾਜਾ ਅਤੇ ਰਾਜੇ ਤੋਂ ਮਹਾਰਾਜਾ ਬਣਨ ਦੀ ਤ੍ਰਿਸ਼ਨਾ ਨਾਲ ਵਿਆਕੁਲ ਹੋ ਰਿਹਾ ਸੀ। ਇਸ ਰਾਜੇ ਨੂੰ ਇੱਕ ਅਜਿਹਾ ਸਲਾਹਕਾਰ ਅਥਵਾ ਮੰਤਰੀ ਵੀ ਲੋੜੀਂਦਾ ਸੀ ਜਿਹੜਾ ਸੁਚੱਜੇ ਢੰਗ ਦੀਆਂ ਸਫਲ ਸਿਆਸੀ ਕਲਾਬਾਜ਼ੀਆਂ ਲਾ ਸਕਣ ਵਿੱਚ ਨਿਪੁੰਨ ਹੋਵੇ। ਰਾਜੇ ਦੀ ਇਸ ਸੇਵਾ ਵਾਸਤੇ ਉਸ ਸਮੇਂ ਦੇ ਉੱਚ ਕੋਟੀ ਦੇ ਵਿਦਵਾਨ ਅਤੇ ਪਰਲੇ ਦਰਜੇ ਦੇ ਖਚਰੇ ਨੀਤੀਵਾਨ ਬ੍ਰਾਹਮਣ ਨਾਲੋਂ ਵੱਧ ਨਿਪੁੰਨ ਸਲਾਹਕਾਰ ਅਤੇ ਯੋਗ ਵਿਅਕਤੀ ਹੋਰ ਕਿਹੜਾ ਸੀ। ਰਾਜ ਮੰਤਰੀ, ਰਾਜਗੁਰੂ, ਧਰਮ ਗੁਰੂ ਅਤੇ ਰਾਜ ਪਰਿਵਾਰ ਦਾ ਵਿਦਿਆ ਦਾਤਾ ਬਣ ਕੇ ਬ੍ਰਾਹਮਣ ਸ਼ਾਹੀ ਮਹੱਲਾਂ ਵਿੱਚ ਜਾ ਵੜਿਆ। ਇੱਕ ਤ੍ਰਿਸ਼ਨਾਲੂ ਦੇ ਨਾਲ ਦੂਜੇ ਤ੍ਰਿਸ਼ਨਾਲੂ ਦਾ ਮਿਲਾਪ ਹੋ ਗਿਆ। ਰਾਜ ਮਹੱਲਾਂ ਵਿੱਚ ਪੁੱਜ ਕੇ ਇਹ ਚਪਲ ਬੁੱਧੀ ਅਤੇ ਲੋੜੇ ਦਾ ਦੂਰ ਦ੍ਰਿਸ਼ਟ ਬ੍ਰਾਹਮਣ ਰਾਜੇ ਨੂੰ ਅਜਿਹੇ ਢੰਗ ਨਾਲ ਆਪਣੇ ਉਪਕਾਰਾਂ ਦੇ ਬੋਝ ਹੇਠਾਂ ਨੱਪ ਲੈਣਾ ਚਾਹੁੰਦਾ ਸੀ ਕਿ ਰਾਜਾ ਸਦਾ ਵਾਸਤੇ ਉਸ ਦਾ ਪੁਜਾਰੀ ਬਣਿਆ ਰਹੇ। ਵਿਦਿਆ ਅਤੇ ਚਪਲਤਾ ਦੀ ਸਹਾਇਤਾ ਨਾਲ ਭਵਿੱਖ ਦਾ ਗਿਆਤਾ ਹੋਣ ਦਾ ਭਰਮ ਤਾਂ ਲੋਕਾਂ ਦੇ ਦਿਲਾਂ ਅੰਦਰ ਪਹਿਲਾਂ ਹੀ ਪਾ ਚੁੱਕਾ ਸੀ। ਬ੍ਰਾਹਮਣ ਦੇ ਮੁਖਾਰਬਿੰਦ ਤੋਂ ਹੋਈ ਹਰ ਘੋਸ਼ਣਾ ਲੋਕਾਂ ਵਾਸਤੇ ਰੱਬੀ ਹੁਕਮ ਦਾ ਦਰਜਾ ਬਣ ਗਈ ਹੋਈ ਸੀ। ਸੋ ਬ੍ਰਹਮ ਗੁਰੂ ਜੀ ਨੇ ਘੋਸ਼ਣਾ ਕਰ ਦਿੱਤੀ ਕਿ ਉਸ ਨੂੰ ਆਕਾਸ਼ਬਾਣੀ ਹੋਈ ਹੈ ਕਿ ਰਾਜਾ ਧਰਤੀ ਦਾ ਈਸ਼ਵਰ ਹੈ, ਭਗਵਾਨ ਹੈ। ਇਸ ਐਲਾਨ ਨਾਲ ਰਾਜਾ ਆਪਣੀ ਪ੍ਰਜਾ ਲਈ ਪੂਜਨੀਕ ਹੋ ਗਿਆ, ਅਤੇ ਉਸ ਦੇ ਵਿਰੁੱਧ ਕਿਸੇ ਪ੍ਰਕਾਰ ਦਾ ਵਿਦਰੋਹ ਹੋ ਸਕਣ ਦੀ ਸੰਭਾਵਨਾ ਲਗਭਗ ਮੁੱਕ ਗਈ। ਰਾਜ ਮਹੱਲਾਂ ਵਿੱਚ ਬ੍ਰਾਹਮਣ ਦੀ ਧਨ ਧਨ ਹੋ ਗਈ। ਰਾਜੇ ਨੇ ਤਖਤ ਦੇ ਕੋਲ ਸਜਾਏ ਉੱਚੇ ਸਵਰਨ ਆਸਣ ਤੇ ਬ੍ਰਾਹਮਣ ਦੇਵਤਾ ਨੂੰ ਬਿਰਾਜਮਾਨ ਕਰਾਉਣਾ ਆਪਣੇ ਲਈ ਕਲਿਆਣਕਾਰੀ ਜਾਣ ਲਿਆ। ਬ੍ਰਾਹਮਣ ਨੇ ਰਾਜੇ ਦੀ ਉਸਤਤੀ ਦੇ ਸੋਹਲੇ ਲਿਖੇ। ਹਰ ਰੋਜ਼ ਜਦੋਂ ਹੀ ਰਾਜਾ ਸ਼ਾਹੀ ਦਰਬਾਰ ਵਿੱਚ ਆਉਂਦਾ ਸੀ ਤਾਂ ਇਹ ਸੋਹਲੇ ਬ੍ਰਾਹਮਣ ਭੱਟਾਂ ਨੇ ਬੜੇ ਪ੍ਰਭਾਵਸ਼ਾਲੀ ਸੁਰ ਤਾਲ ਵਿੱਚ ਗਾਉਣੇ ਆਰੰਭ ਕਰ ਦਿੱਤੇ। ਬ੍ਰਾਹਮਣ ਜਾਣਦਾ ਸੀ ਕਿ ਰਾਜ ਦਰਬਾਰ ਵਿੱਚ ਗਾਏ ਜਾਣ ਵਾਲੇ ਇਹ ਸੋਹਲੇ ਗਲੀ ਗਲੀ ਵਿੱਚ ਅਤੇ ਪ੍ਰਜਾ ਦੇ ਘਰ ਘਰ ਵਿੱਚ ਗਾਏ ਜਾਣ ਲੱਗ ਪੈਣੇ ਹਨ। ਰਾਜਾ ਗਦਗਦ ਹੋ ਗਿਆ। ਉਸ ਨੇ ਭਰੇ ਦਰਬਾਰ ਵਿੱਚ ਬ੍ਰਾਹਮਣ ਦੇ ਪੈਰ ਧੋ ਕੇ ਚਰਨਾਮਿਰਤ ਆਪ ਲਈ ਤੇ ਆਪਣੇ ਪਰਿਵਾਰ ਨੂੰ ਪਿਆਈ। ਫਿਰ ਜਿਉਂ-ਜਿਉਂ ਰਾਜੇ ਅਤੇ ਬ੍ਰਾਹਮਣ ਦੇ ਪਿਆਰ ਦੀ ਪੀਂਘ ਹੁਲਾਰੇ ਚੜ੍ਹਦੀ ਗਈ, ਬ੍ਰਾਹਮਣ ਨੇ ਰਾਜੇ ਦੀ ਉਸਤਤੀ ਦੇ ਗੀਤ ਹੋਰ ਵੀ ਅਸਰਦਾਰ ਢੰਗ ਨਾਲ ਲਿਖ ਕੇ ਆਪਣੀ ਭੱਟ ਬਰਾਦਰੀ ਕੋਲੋਂ ਗਵਾਏ, ਅਤੇ ਧਰਮ ਗ੍ਰੰਥਾਂ ਵਿੱਚ ਅਜਿਹੇ ਢੰਗ ਦੀਆਂ ਗਾਥਾਵਾਂ ਲਿਖੀਆਂ ਕਿ ਰਾਜਾ ਪਰਮੇਸ਼ਰ ਦੇ ਰੂਪ ਵਾਲੀ ਪਦਵੀ ਤੋਂ ਅਗਾਂਹ ਟੱਪ ਤੁਰਿਆ। ਵਿਦਿਆ ਤੋਂ ਕੋਰੇ ਮਨੁੱਖ ਨੇ ਦੋ ਤ੍ਰਿਸ਼ਨਾਲੂਆਂ ਦੀ ਸੰਧੀ ਵਾਲੀ ਪ੍ਰੇਮ ਲੀਲਾ ਦਾ ਅਜਿਹਾ ਅਸਰ ਕਬੂਲਿਆ ਕਿ ਰਾਜੇ ਨੂੰ ਹੀ ਕਰਤਾ, ਵਿਧਾਤਾ, ਨਾਰਾਇਣ, ਦਮੋਦਰ, ਮੁਰਾਰੀ, ਮੁਰਲੀ ਮਨੋਹਰ ਭਗਵਾਨ ਆਦਿ ਮੰਨ ਕੇ ਸ਼ਰਧਾ ਬਣਾ ਲਈ। ਰਾਜੇ ਨੂੰ ਹੀ ਸ੍ਰਿਸ਼ਟੀ ਦਾ ਸਿਰਜਣਹਾਰ ਅਤੇ ਨਾਸ਼ ਕਰਤਾ ਮੰਨ ਲਿਆ। ਰਾਜੇ ਦੀ ਮਹਿਮਾ ਦੇ ਭਗਤੀ ਦੇ ਗੀਤ
ਘਰ ਘਰ ਵਿੱਚ ਗੂੰਜਣ ਲੱਗ ਪਏ। ਠੱਗ ਨੀਤੀ ਨਾਲ ਘੜਿਆ ਹੋਇਆ ਇਹ ਕੋਰਾ ਝੂਠ ਹਜ਼ਾਰਾਂ ਸਾਲਾਂ ਤੋਂ ਬੋਲਿਆ ਜਾ ਰਿਹਾ ਸੀ। ਸਮੇਂ ਦੇ ਗੇੜ ਨੇ ਇਸ ਕੁਫਰ ਨੂੰ ਪੂਰਨ ਸੱਚ ਦਾ ਰੂਪ ਦੇ ਦਿੱਤਾ। ਰਾਮਚਰਿਤ ਮਾਨਸ ਦੇ ਬਾਲ ਕਾਂਡ ਵਿੱਚ ਤੁਲਸੀ ਲਿਖਦਾ ਹੈ ਕਿ ਅਵਧਪਤੀ ਅਥਵਾ ਅਯੁੱਧਿਆ ਦਾ ਰਾਜਾ ਰਾਮ ਹੀ ਪਰਮ ਪ੍ਰਸ਼ਾਸਕ ਅਨਾਦ ਭਾਵ ਜਿਸ ਦਾ ਕੋਈ ਮੁੱਢ ਨਾ ਹੋਵੇ ਪਰਮਾਤਮਾ ਹੈ। ਸਭ ਕਰ ਪਰਮ ਪ੍ਰਕਾਸ਼ਕ ਜੋਈ ਰਾਮ ਅਨਾਦ ਅਵਧਪਤ ਸੋਈ। ਇਸ ਤੋਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਰਾਜੇ ਨੂੰ ਹੀ ਪਰਮੇਸ਼ਰ ਮੰਨ ਲਿਆ ਗਿਆ ਸੀ। ਗੁਰਬਾਣੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਨ੍ਹਾਂ ਨੂੰ ਅਵਤਾਰ ਕਹਿ ਕੇ ਪੂਜਿਆ ਜਾ ਰਿਹਾ ਹੈ ਅਸਲ ਵਿੱਚ ਉਹ ਆਪਣੇ ਸਮੇਂ ਦੇ ਰਾਜੇ ਸਨ। ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਾਰ ਅਵਤਾਰੀ। ਪੰਨਾ 423। ਬ੍ਰਾਹਮਣ ਅਤੇ ਰਾਜੇ ਦੀ ਸੌਦੇਬਾਜ਼ੀ ਨੇ ਰਾਜੇ ਨੂੰ ਭਗਵਾਨ ਅਤੇ ਬ੍ਰਾਹਮਣ ਨੂੰ ਸਰਬ ਸਤਕਾਰਤ ਪਦਵੀ ਦਾ ਮਾਲਕ ਦੇਵਤਾ ਬਣਾ ਦਿੱਤਾ। ਲੋਕਾਂ ਨੇ ਇਸ ਛਲਾਵੇ ਨੂੰ ਨਿਰੋਲ ਸੱਚ ਮੰਨ ਕੇ ਸ਼ਰਧਾ ਬਣਾ ਲਈ ਅਤੇ ਇਹ ਸਭ ਕੁਝ ਧਰਮ ਦਾ ਅੰਗ ਬਣ ਗਿਆ। ਤ੍ਰਿਸ਼ਨਾ ਮਨੁੱਖ ਦੇ ਸੁਭਾਅ ਦਾ ਅੰਗ ਹੈ। ਉੱਚੀ ਆਤਮਕ ਅਵਸਥਾ ਵਾਲਾ ਕੋਈ ਵਿਰਲਾ ਮਨੁੱਖ ਹੀ ਇਸ ਰੋਗ ਤੋਂ ਛੁਟਕਾਰਾ ਪਾ ਸਕਦਾ ਹੈ। ਮਾਇਆ ਅਥਵਾ ਕਾਮ ਪੂਰਤੀ ਦੀ ਤ੍ਰਿਸ਼ਨਾ ਦੇ ਥਾਂ ਗੁਰੂ ਸ਼ਬਦ ਦੇ ਗਿਆਨ ਅਥਵਾ ਪ੍ਰਭੂ ਦਰਸ਼ਨਾਂ ਦੀ ਤ੍ਰਿਖਾ ਲੱਗ ਜਾਵੇ ਤਾਂ ਜਨਮ ਸਫਲਾ ਹੋ ਜਾਂਦਾ ਹੈ। ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ। ਪੰਨਾ 96। ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੇ ਮੇਰੇ ਪਾਈ। ਪੰਨਾ 367। ਜੇ ਪੂਰਾ ਗੁਰੂ ਮਿਲ ਜਾਏ ਤਾਂ ਉਸ ਦੀ ਮੱਤ ਅਨੁਸਾਰ ਜੀਵਨ ਢਾਲਣ ਨਾਲ ਵੀ ਤ੍ਰਿਸ਼ਨਾ ਅਗਨੀ ਸ਼ਾਂਤ ਹੋ ਜਾਂਦੀ ਹੈ। ਜੋ ਗੁਰ ਕਹੈ ਸੋਈ ਪਰ ਕੀਜੈ ਤ੍ਰਿਸ਼ਨਾ ਅਗਨ ਬੁਝਾਈਐ। ਪੰਨਾ 243। ਨੋਟ: ਗੁਰੂ ਸ਼ਬਦਾਂ ਦੀ ਸੂਚੀ ਦੇ ਨਾਲ ਤ੍ਰਿਸ਼ਨਾ ਬਾਰੇ ਹੋਰ ਵਿਸਥਾਰ ਪੁਸਤਕ ਦੇ 8ਵੇਂ ਭਾਗ ਵਿੱਚ ਕਾਮ, ਕ੍ਰੋਧ, ਲੋਭ ਆਦਿ ਵਿਕਾਰਾਂ ਦੀ ਵਿਚਾਰ ਦੇ ਨਾਲ ਦਿੱਤਾ ਗਿਆ ਹੈ। ਤ੍ਰਿਸ਼ਨਾ ਅੰਦਰ ਅਗਨ ਹੈ, ਨਾ ਤਿਪਤੇ ਭੁੱਖਾ ਤੇ ਹਾਇਆ, ਸਹਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ। ਪੰਨਾ 138। ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ। ਦੂਜੇ ਕਾਂਡ ਦਾ ਭਾਗ 7ਵਾਂ, 8ਵਾਂ ਅਤੇ 9ਵਾਂ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।